ਹੈਲੋ ਸਟੂਡੈਂਟਸ, ਅੱਜ ਅਸੀਂ ਕਲਾ ਦੇ ਖੇਤਰ ਵਿੱਚ ਪੁਨਰ ਜਾਗਰਣ ਦਾ ਕੀ ਪ੍ਰਭਾਵ ਪਿਆ ਉਹਦੇ ਬਾਰੇ ਗੱਲ ਕਰਾਂਗੇ। ਸਾਹਿਤ ਦੀ ਤਰ੍ਹਾਂ ਕਲਾ ਵੀ ਜਿਹੜੀ ਸੀ ਉਹ ਧਰਮ ਦੀਆਂ ਜੰਜੀਰਾਂ ਦੇ ਵਿੱਚ ਜਕੜੀ ਹੋਈ ਸੀ। ਕਲਾ ਦੇ ਵਿੱਚ ਮੌਲਿਕਤਾ ਅਤੇ ਸੁਤੰਤਰਤਾ ਦੀ ਕਾਫੀ ਜ਼ਿਆਦਾ ਘਾਟ ਸੀ। ਸੋ ਪੁਨਰ ਜਾਗਰਣ ਨੇ ਕਲਾ ਨੂੰ ਵੀ ਇੱਕ ਨਵਾਂ ਰੂਪ ਜਿਹੜਾ ਸੀ ਉਹ ਪ੍ਰਦਾਨ ਕੀਤਾ ਸੀ, ਜਿਸ ਦੇ ਕਰਕੇ ਕਲਾ ਦੀ ਹਰ ਸ਼ਾਖਾ ਵਿੱਚ ਨਵਾਂਪਨ ਤੇ ਮੌਲਿਕਤਾ ਜਿਹੜੀ ਸੀ ਉਹ ਨਜ਼ਰ ਆਉਣ ਲੱਗ ਗਈ ਸੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਚਿੱਤਰਕਲਾ ਬਾਰੇ। ਸੋ ਮੱਧਕਾਲ ਵਿੱਚ ਤਸਵੀਰਾਂ ਅਤੇ ਚਿੱਤਰ ਬਣਾਉਣ ਦਾ ਉਦੇਸ਼ ਜਿਹੜਾ ਸੀ ਉਹ ਮੁੱਖ ਤੌਰ ਦੇ ਉੱਤੇ ਈਸਾਈ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਸੀ। ਚਿੱਤਰਕਾਰਾਂ ਨੂੰ ਧਾਰਮਿਕ ਪਰੰਪਰਾ ਦੇ ਅੰਦਰ ਰਹਿ ਕੇ ਕੁਝ ਨਿਸ਼ਚਿਤ ਵਿਸ਼ਿਆਂ ਦੇ ਉੱਤੇ ਹੀ ਤਸਵੀਰਾਂ ਜਿਹੜੀਆਂ ਸੀ ਉਹ ਬਣਾਉਣੀਆਂ ਪੈਂਦੀਆਂ ਸੀ, ਜਿਨ੍ਹਾਂ ਵਿੱਚ ਨਿਸ਼ਚਿਤ ਵਿਸ਼ੇ ਤੇ ਰੰਗਾਂ ਦੀ ਵਰਤੋਂ ਹੀ ਕਰਨੀ ਪੈਂਦੀ ਸੀਗੀ। ਔਰ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਤਸਵੀਰ ਬਣਾਉਂਦਾ ਸੀ ਜਾਂ ਹੋਰ ਰੰਗਾਂ ਦੀ ਵਰਤੋਂ ਕਰਦਾ ਸੀ ਤਾਂ ਉਹਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ, ਜਿਸ ਕਰਕੇ ਆਮ ਤੌਰ 'ਤੇ ਮਰੀਅਮ ਤੇ ਸੰਤਾਂ ਦੀਆਂ ਤਸਵੀਰਾਂ ਹੀ ਬਣਾਈਆਂ ਜਾਂਦੀਆਂ ਸੀ, ਜੋ ਕਿ ਬਹੁਤ ਹੀ ਨੀਰਸ ਤੇ ਪ੍ਰਭਾਵਹੀਣ ਹੁੰਦੀਆਂ ਸੀ। ਲੇਕਿਨ ਪੁਨਰ ਜਾਗਰਣ ਦੇ ਇਹਨਾਂ ਨਵੇਂ ਚਿੱਤਰਕਾਰਾਂ ਨੇ ਇਹਨਾਂ ਪੁਰਾਣੀਆਂ ਸਾਰੀਆਂ ਹੀ ਪਰੰਪਰਾਵਾਂ ਅਤੇ ਨਿਯਮਾਂ ਨੂੰ ਤਿਆਗ ਦਿੱਤਾ ਤੇ ਪ੍ਰਾਚੀਨ ਯੂਨਾਨੀ ਚਿੱਤਰਕਾਰਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਚਿੱਤਰਕਾਰਾਂ ਨੇ ਮਨੁੱਖੀ ਜੀਵਨ ਦੇ ਨਾਲ ਸੰਬੰਧਿਤ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ, ਜਿਹਦੀਆਂ ਖਾਸ ਵਿਸ਼ੇਸ਼ਤਾਵਾਂ ਸੀ ਮੋਹਰਾਕਸ਼ੀ, ਪੱਕੇ ਰੰਗਾਂ ਦੀ ਵਰਤੋਂ ਤੇ ਲੱਕੜੀ ਦੇ ਟੋਟਿਆਂ ਦੀ ਵਰਤੋਂ। ਸੋ ਭਾਵੇਂ ਇਹਨਾਂ ਚਿੱਤਰਕਾਰਾਂ ਨੇ ਧਾਰਮਿਕ ਵਿਸ਼ਿਆਂ ਨੂੰ ਹੀ ਆਪਣੀ ਕਲਾ ਦਾ ਆਧਾਰ ਬਣਾਇਆ ਸੀ, ਲੇਕਿਨ ਉਹਨਾਂ ਦੀਆਂ ਕਲਾਕ੍ਰਿਤੀਆਂ ਵਿੱਚ ਮਾਨਵਤਾ ਅਤੇ ਧਰਮ ਨਿਰਪੇਖਤਾ ਦੀ ਝਲਕ ਸਾਫ਼ ਤੌਰ 'ਤੇ ਦਿਖਾਈ ਦੇਣ ਲੱਗ ਪਈ। ਔਰ ਪੁਨਰ ਜਾਗਰਣ ਦੇ ਚਿੱਤਰਕਾਰਾਂ ਨੇ ਮਨੁੱਖੀ ਸਰੀਰ ਦਾ ਬਰੀਕੀ ਦੇ ਨਾਲ ਅਧਿਐਨ ਕੀਤਾ ਤੇ ਆਪਣੇ ਚਿੱਤਰਾਂ ਦੇ ਵਿੱਚ ਵੱਖ-ਵੱਖ ਮਨੁੱਖ ਦੇ ਭਾਗਾਂ, ਪੱਠਿਆਂ ਅਤੇ ਬਾਲਾਂ ਦਾ ਬੜੀ ਸੁੰਦਰਤਾ ਤੇ ਸੂਝ-ਬੂਝ ਦੇ ਨਾਲ ਚਿੱਤਰਨ ਕਰਨਾ ਸ਼ੁਰੂ ਕੀਤਾ। ਸੋ ਕਲਾ ਦੇ ਖੇਤਰ ਵਿੱਚ 4 ਤਰ੍ਹਾਂ ਦੀ ਕਲਾ ਆਉਂਦੀ ਆ: ਚਿੱਤਰਕਲਾ, ਮੂਰਤੀ ਕਲਾ, ਭਵਨ ਉਸਾਰੀ ਕਲਾ ਤੇ ਸੰਗੀਤ ਕਲਾ। ਸਭ ਤੋਂ ਪਹਿਲਾਂ ਆਪਾਂ ਚਿੱਤਰਕਾਰੀ ਬਾਰੇ ਗੱਲ ਕਰਦੇ ਹਾਂ। ਚਿੱਤਰਕਲਾ ਦੇ ਵਿੱਚ 4 ਜਿਹੜੇ ਚਿੱਤਰਕਾਰ ਬਹੁਤ ਹੀ ਜ਼ਿਆਦਾ ਫੇਮਸ ਹੋਏ ਆ, ਜਿਹੜੇ ਕਿ ਇਟਲੀ ਦੇ ਚਿੱਤਰਕਾਰ ਸੀਗੇ ਤੇ ਫਲੋਰੈਂਸ ਦੇ ਰਹਿਣ ਵਾਲੇ ਸੀਗੇ, ਜਿਨ੍ਹਾਂ ਵਿੱਚੋਂ 3 ਲਿਓਨਾਰਦੋ ਦਾ ਵਿੰਸੀ, ਮਾਈਕਲ ਐਂਜਲੋ, ਸਾਂਜੀਓ ਰਾਫੇਲ, ਇਹ ਫਲੋਰੈਂਸ ਦੇ ਰਹਿਣ ਵਾਲੇ ਸੀ, ਤੇ ਚੌਥਾ ਚਿੱਤਰਕਾਰ ਤੀਤੀਅਨ ਜਿਹੜਾ ਸੀ ਉਹ ਵੇਨਿਸ ਦਾ ਰਹਿਣ ਵਾਲਾ ਸੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲਿਓਨਾਰਦੋ ਦਾ ਵਿੰਸੀ ਸੀ। ਲਿਓਨਾਰਦੋ ਦਾ ਵਿੰਸੀ ਇਹ ਫਲੋਰੈਂਸ ਦਾ ਰਹਿਣ ਵਾਲਾ ਸੀ ਤੇ ਬਹੁਤ ਹੀ ਵੱਡਾ ਮੂਰਤੀਕਾਰ, ਸੰਗੀਤਕਾਰ, ਵਿਚਾਰਕ ਤੇ ਵਿਗਿਆਨਕ ਸੀ। ਉਹਦੀਆਂ 2 ਜਿਹੜੀਆਂ ਪੇਂਟਿੰਗਸ ਬਹੁਤ ਹੀ ਜ਼ਿਆਦਾ ਫੇਮਸ ਹੋਈਆਂ, ਇੱਕ ਸੀ ਮੋਨਾਲਿਸਾ, ਜਿਹੜਾ ਕਿ ਇੱਕ ਔਰਤ ਦਾ ਚਿੱਤਰ ਹੈ, ਇੱਕ ਇਸਤਰੀ ਦੀ ਪੇਂਟਿੰਗ ਆ ਜਿਹਦੇ ਵਿੱਚ ਉਹਨੂੰ ਹੱਸਦੇ ਹੋਏ ਦਿਖਾਇਆ ਗਿਆ ਆ, ਔਰ ਅੱਜ ਤੱਕ ਵੀ ਇਹ ਬਹੁਤ ਹੀ ਜ਼ਿਆਦਾ ਫੇਮਸ ਹੈ। ਦੂਸਰੀ ਉਹਦੀ ਪੇਂਟਿੰਗ ਹੈ ਮਿਲਾਨ ਵਿੱਚ, ਕੰਧ ਦੇ ਉੱਤੇ ਬਣਾਈ ਸੀ ਉਸਨੇ ਮਿਲਾਨ ਸ਼ਹਿਰ ਦੇ ਵਿੱਚ, ਔਰ ਉਸ ਪੇਂਟਿੰਗ ਦਾ ਨਾਮ ਹੈ ਦੀ ਲਾਸਟ ਸੁਪਰ। ਇਹ ਵੀ ਬਹੁਤ ਹੀ ਜ਼ਿਆਦਾ ਫੇਮਸ ਹੋਈ। ਤੇ ਤੀਸਰੀ ਪੇਂਟਿੰਗ ਦਾ ਨਾਮ ਹੈ ਦੀ ਵਰਜਿਨ ਆਫ ਰੌਕਸ। ਸੋ ਇਹ 3 ਪੇਂਟਿੰਗ ਜਿਹੜੀਆਂ ਲਿਓਨਾਰਦੋ ਦੀਆਂ ਬਹੁਤ ਹੀ ਜ਼ਿਆਦਾ ਫੇਮਸ ਹੋਈਆਂ, ਜਿਨ੍ਹਾਂ ਦੇ ਵਿੱਚ ਉਸਨੇ ਮਾਨਵਵਾਦੀ ਭਾਵਨਾਵਾਂ, ਰੰਗਾਂ ਦੀ ਚੋਣ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਆ ਤੇ ਉਸਦੇ ਚਿੱਤਰਣ ਦੀ ਵਿਧੀ ਦਾ ਵੀ ਪੂਰਾ ਤਾਲਮੇਲ ਜਿਹੜਾ ਉਹ ਬਣਿਆ ਹੋਇਆ ਹੈ। ਸੈਕਿੰਡ ਜਿਹੜਾ ਪੇਂਟਰ ਹੈ ਉਹ ਹੈ ਮਾਈਕਲ ਐਂਜਲੋ। ਇਹ ਵੀ ਫਲੋਰੈਂਸ ਦਾ ਹੀ ਰਹਿਣ ਵਾਲਾ ਸੀ। ਇਹ ਵੀ ਇੱਕ ਮਹਾਨ ਚਿੱਤਰਕਾਰ, ਪ੍ਰਤਿਭਾਸ਼ਾਲੀ ਕਵੀ, ਉੱਘਾ ਭਵਨ ਨਿਰਮਾਣਕਾਰ, ਬਹੁਤ ਹੀ ਵਧੀਆ ਮੂਰਤੀਕਾਰ ਤੇ ਇੰਜੀਨੀਅਰ ਸੀ। ਇਸ ਦੀਆਂ ਪੇਂਟਿੰਗਸ ਜਿਹੜੀਆਂ ਬਣਾਈਆਂ ਸੀ ਇਹਨੇ ਇੱਕ ਛੱਤ ਦੇ ਉੱਤੇ ਬਣਾਈਆਂ ਸੀ, ਜਿਸ ਨੂੰ ਫਰੈਸਕਲ ਪੇਂਟਿੰਗ ਜਾਂ ਫਰੈਸਕੋ ਪੇਂਟਿੰਗਸ ਕਿਹਾ ਜਾਂਦਾ। ਫਲੋਰੈਂਸ ਦੇ ਵਿੱਚ ਸਿਸਤਾਈਨ ਚੈਪਲ ਦੀ ਛੱਤ ਉੱਤੇ ਇਹਨੇ ਫਰੈਸਕਲ ਪੇਂਟਿੰਗਸ ਬਣਾਈਆਂ ਸੀ। ਮੋਹਰਾਕਸ਼ੀ ਚਿੱਤਰ ਜਿਹਨੂੰ ਬੋਲਦੇ ਆ, ਉੱਭਰੀਆਂ ਹੋਈਆਂ ਤਸਵੀਰਾਂ। ਇਹਨਾਂ ਪੇਂਟਿੰਗਸ ਦੀ ਟੋਟਲ ਜਿਹੜੀ ਗਿਣਤੀ ਆ 145 ਆ, ਔਰ ਇਹਨਾਂ ਪੇਂਟਿੰਗਸ ਦੇ ਵਿੱਚ ਇਸਨੇ ਪ੍ਰਯੋਜਨ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਆ, ਔਰ ਡੂੰਘੀਆਂ ਧਾਰਮਿਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਆ। ਇਹ ਫਰੈਸਕਲ ਪੇਂਟਿੰਗਸ ਅੱਜ ਵੀ ਵਿਸ਼ਵ ਦੇ ਵਿੱਚ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ। ਤੀਸਰਾ ਜਿਹੜਾ ਪੇਂਟਰ ਹੈ ਉਹ ਹੈ ਸਾਂਜੀਓ ਰਾਫੇਲ। ਇਹ ਵੀ ਇੱਕ ਬਹੁਤ ਹੀ ਵਧੀਆ ਚਿੱਤਰਕਾਰ ਸੀ ਤੇ ਫਲੋਰੈਂਸ ਦਾ ਹੀ ਰਹਿਣ ਵਾਲਾ ਸੀਗਾ।
ਸਾਂਜੀਓ ਰਾਫੇਲ ਜਿਹੜਾ ਸੀ ਇਹ ਮਾਈਕਲ ਐਂਜਲੋ ਅਤੇ ਲਿਓਨਾਰਡੋ ਦੋਨਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਔਰ ਦੋਨਾਂ ਦੀਆਂ ਜਿਹੜੀਆਂ ਤਸਵੀਰਾਂ ਬਣਾਉਣ ਦੀ ਕਲਾ ਸੀ ਦੋਨਾਂ ਨੂੰ ਹੀ ਇਸਨੇ ਆਪਣੀਆਂ ਪੇਂਟਿੰਗਸ ਦੇ ਵਿੱਚ ਇਸਤੇਮਾਲ ਕੀਤਾ। ਸਾਂਜੀਓ ਰਾਫੇਲ ਦੀਆਂ ਕਿਹੜੀਆਂ ਪੇਂਟਿੰਗ ਫੇਮਸ ਹੋਈਆਂ? ਸਭ ਤੋਂ ਪਹਿਲਾਂ ਈਸਾ ਮਸੀਹ ਦੀ ਮਦਰ ਮੈਡੋਨਾ, ਜਿਸ ਨੂੰ ਮਰੀਅਮ ਵੀ ਕਿਹਾ ਜਾਂਦਾ, ਉਹਦੀ ਬਣਾਈ ਹੋਈ ਤਸਵੀਰ ਬਹੁਤ ਹੀ ਜ਼ਿਆਦਾ ਫੇਮਸ ਹੋਈ, ਜਿਹੜੀ ਕਿ ਅੱਜ ਕੱਲ੍ਹ ਵੀ ਵਿਸ਼ਵ ਦਾ ਕਲਾ ਦਾ ਸਭ ਤੋਂ ਵਧੀਆ ਨਮੂਨਾ ਮੰਨਿਆ ਜਾਂਦਾ। ਦੂਸਰੇ ਨੰਬਰ 'ਤੇ ਪੇਂਟਿੰਗ ਇਹਦੀ ਹੈ ਮਿਊਰਲ ਪੇਂਟਿੰਗਸ। ਦੀਵਾਰ ਦੇ ਉੱਤੇ ਬਣਾਏ ਹੋਏ ਜਿਹੜੇ ਚਿੱਤਰ ਹੁੰਦੇ ਆ ਉਸ ਨੂੰ ਮਿਊਰਲ ਪੇਂਟਿੰਗਸ ਬੋਲਦੇ ਆ ਔਰ ਇਹ ਇੰਨੀਆਂ ਜ਼ਿਆਦਾ ਸਜੀਵ ਲੱਗਦੀਆਂ, ਇਸ ਤਰ੍ਹਾਂ ਲੱਗਦਾ ਕਿ ਬਿਲਕੁਲ ਕੋਈ ਇਨਸਾਨ ਤੁਹਾਡੇ ਸਾਹਮਣੇ ਖੜਾ ਆ। ਸੁੰਦਰਤਾ ਦੇ ਵਧੀਆ ਨਮੂਨੇ ਆ ਇਹ। ਵੱਖ-ਵੱਖ ਰੰਗਾਂ ਦੀ ਉਸਨੇ ਬੜੀ ਹੀ ਨਿਪੁੰਨਤਾ ਦੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਵਰਤੋਂ ਕੀਤੀ ਹੈ। ਚੌਥਾ ਜਿਹੜਾ ਪੇਂਟਰ ਹੈ ਉਹ ਹੈ ਤੀਤੀਅਨ, ਜਿਹੜਾ ਕਿ ਵੇਨਿਸ ਦਾ ਰਹਿਣ ਵਾਲਾ ਸੀ। ਇਟਲੀ ਦੇ ਸ਼ਹਿਰ ਵੇਨਿਸ ਦੇ ਵਿੱਚ ਪੈਦਾ ਹੋਇਆ ਸੀ। ਇਹ ਵੀ ਇੱਕ ਬਹੁਤ ਮਹਾਨ ਚਿੱਤਰਕਾਰ ਸੀ। ਇਸ ਦੀ ਜਿਹੜੀ ਪੇਂਟਿੰਗ ਫੇਮਸ ਹੋਈ ਉਹ ਉਸਨੇ ਵੇਨਿਸ ਸ਼ਹਿਰ ਦੇ ਵਿੱਚ ਇੱਕ ਚਰਚ ਦੇ ਅੰਦਰ ਬਣਾਈ ਸੀ ਔਰ ਉਸ ਪੇਂਟਿੰਗ ਦਾ ਨਾਮ ਹੈ ਐਜ਼ੈਂਸ਼ਨ ਆਫ ਦੀ ਵਰਜਿਨ। ਇਹ ਵਾਲੀ ਪੇਂਟਿੰਗ ਜਿਹੜੀ ਹੈ ਧਰਮ ਨਿਰਪੱਖਤਾ ਦੇ ਉੱਪਰ ਆਧਾਰਿਤ ਸੀ। ਧਰਮ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਜਿਹੜੀ ਇਹਦੇ ਵਿੱਚ ਨਹੀਂ ਬਣਾਈ ਗਈ। ਸੋ ਇਸ ਤਰ੍ਹਾਂ ਦੇ ਨਾਲ ਚਾਰ ਜਿਹੜੇ ਪੇਂਟਰ ਆ ਇਟਲੀ ਦੇ ਵਿੱਚ ਹੀ ਪੈਦਾ ਹੋਏ ਔਰ ਇਹਨਾਂ ਨੇ ਪੁਨਰ ਜਾਗਰਣ ਦੀ ਵਿੱਚ ਚਿੱਤਰਕਾਰੀ ਦੀ ਇੱਕ ਨਵੀਂ ਸ਼ੈਲੀ ਦਾ ਜਿਹੜਾ ਸੀ ਉਹ ਸ਼ੁਰੂਆਤ ਕੀਤੀ। ਇਹਨਾਂ ਚਿੱਤਰਕਾਰਾਂ ਨੂੰ ਦੇਖਦੇ ਹੋਏ ਹੀ ਬਾਅਦ ਵਿੱਚ ਜਰਮਨ ਦੇ ਵਿੱਚ ਐਲਬ੍ਰੇਕਟ ਦੂਰੇਰ ਤੇ ਹੋਲਬੇਨ ਨਾਮ ਦੇ ਚਿੱਤਰਕਾਰ, ਸਪੇਨ ਦੇ ਵਿੱਚ ਵਾਲਸਕੁਏਜ਼ ਤੇ ਮੋਰੇਨੋ, ਹਾਲੈਂਡ ਦੇ ਵਿੱਚ ਰੂਬੇਨਸ ਤੇ ਵੈਨ ਡਾਈਕ ਬਹੁਤ ਜ਼ਿਆਦਾ ਫੇਮਸ ਹੋਏ। ਇਹ ਸਾਰੇ ਹੀ ਚਿੱਤਰਕਾਰ ਜਿਹੜੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਸੀ, ਇਹ ਇਟਲੀ ਦੇ ਇਹਨਾਂ ਮਹਾਨ ਚਿੱਤਰਕਾਰਾਂ ਦੇ ਸ਼ਿਸ਼ ਬਣ ਗਏ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਪੇਂਟਰਸ ਦੇ ਵੱਲੋਂ ਕੀਤੀ ਹੋਈ ਸ਼ੁਰੂਆਤ ਦੇ ਨਾਲ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਚਿੱਤਰਕਾਰੀ ਦੇ ਵਿੱਚ ਇੱਕ ਨਵੇਂ ਵਿਸ਼ੇ ਦੀ ਸ਼ੁਰੂਆਤ ਹੋ ਗਈ। ਮਨੁੱਖ ਦੇ ਨਾਲ ਸੰਬੰਧਿਤ ਤਸਵੀਰਾਂ ਬਣਨੀਆਂ ਸ਼ੁਰੂ ਹੋ ਗਈਆਂ। ਮਨੁੱਖ ਦੇ ਆਮ ਜੀਵਨ ਦੇ ਉੱਤੇ ਤਸਵੀਰਾਂ ਬਣਨ ਲੱਗ ਪਈਆਂ। ਜਿੱਥੇ ਚਿੱਤਰਕਾਰੀ ਪਹਿਲਾਂ ਧਾਰਮਿਕ ਭਾਵਨਾਵਾਂ ਦੇ ਵਿੱਚ ਜਕੜੀ ਹੋਈ ਸੀ, ਸਿਰਫ ਸੰਤਾਂ ਤੇ ਮਹਾਨ ਪੁਰਸ਼ਾਂ ਦੀਆਂ ਤਸਵੀਰਾਂ ਹੀ ਬਣਾਈਆਂ ਜਾਂਦੀਆਂ ਸੀ, ਲੇਕਿਨ ਉੱਥੇ ਹੀ ਇਹਨਾਂ ਚਿੱਤਰਕਾਰਾਂ ਨੇ ਆਰਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਨੁੱਖੀ ਜੀਵਨ ਨੂੰ ਪੇਸ਼ ਕਰਨ ਦਾ ਇੱਕ ਬੀੜਾ ਚੁੱਕਿਆ। ਸੋ ਧੰਨਵਾਦ।